ਲੇਖਕ ਨਾਨਕ ਸਿੰਘ। ਕਹਾਣੀ ਜ਼ਿੰਦਗੀ ਦੀ ਕਮਾਈ। ਦੁਕਾਨਦਾਰ ਪਾਸ ਜੇ ਕਦੀ ਇੱਕ ਪਾਸੇ ਰੱਬ ਖੜੋਤਾ ਹੋਵੇ ਤੇ ਦੂਜੇ ਪਾਸੇ ਗਾਹਕ, ਤਾਂ ਉਹ ਰੱਬ ਨੂੰ ਛੱਡ ਕੇ ਪਹਿਲਾਂ ਗਾਹਕ ਨਾਲ ਗੱਲ ਕਰੇਗਾ। ਵਪਾਰਕ ਨੁਕਤੇ ਨਾਲ ਸ਼ਾਇਦ ਹੋਣਾ ਵੀ ਇੱਦਾਂ ਹੀ ਚਾਹੀਦਾ ਹੈ, ਕਿਉਂਕਿ ਦੁਕਾਨਦਾਰ ਦਾ ਅਸਲੀ ਰੱਬ ਉਸਦਾ ਗਾਹਕ ਹੈ। ਪਰ ਉਸ ਦਿਨ ਇੱਕ ਅਨੋਖੀ ਗੱਲ ਦੇਖਣ ਵਿੱਚ ਆਈ। ਬਲਰਾਜ ਸ਼ਰਮਾ ਇੱਕ ਲੇਖਕ ਤੋਂ ਵੱਧ ਕੁਝ ਨਹੀਂ ਸੀ, ਫਿਰ ਵੀ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਕਾਸ਼ਕ ਦੀ ਸਾਰੀ ਤਵੱਜੋ ਉਸ ਵੱਲ ਸੀ। ਸੀਜ਼ਨ ਦਾ ਮੌਕਾ ਸੀ, ਕਿਤਾਬਾਂ ਦੇ ਗਾਹਕਾਂ ਨੇ ਕਾਵਾਂ ਰੌਲੀ ਪਾਈ ਹੋਈ ਸੀ। ਪਰ ਕੀ ਮਜਾਲ ਜੋ ਖੰਨਾ ਜੀ ਨੂੰ ਇਸ ਦੀ ਜਰਾ ਕੀ ਪਰਵਾਹ ਹੋਵੇ। ਅਖੀਰ ਜਦ ਖੰਨਾ ਜੀ ਨੇ ਵੇਖਿਆ ਕਿ ਦੁਕਾਨ 'ਤੇ ਬੈਠ ਕੇ ਸ਼ਰਮਾ ਜੀ ਨਾਲ ਗੱਲਾਂ ਕਰਨ ਦੀ ਸਹੂਲਤ ਨਹੀਂ ਮਿਲ ਸਕਦੀ, ਤਾਂ ਉਹ ਗਾਹਕਾਂ ਨੂੰ ਮੁਨੀਮ ਦੇ ਰਹਿਮ 'ਤੇ ਛੱਡ ਕੇ ਗੱਦੀ ਤੋਂ ਉੱਠ ਖੜੋਤੇ ਤੇ ਸ਼ਰਮਾ ਜੀ ਨੂੰ ਬਾਹੋਂ ਫੜੀ ਦੁਕਾਨ ਤੋਂ ਹੇਠਾਂ ਉਤਾਰ ਗਏ। ਲక్ష్ਮੀ ਦੀ ਕਿਰਪਾ ਪਾਤਰ ਨੂੰ ਸਰਸਵਤੀ ਦੇ ਪੁਜਾਰੀ ਨਾਲ ਤੁਰੇ ਜਾਂਦਿਆਂ ਵੇਖ ਕੇ ਬਾਜ਼ਾਰ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ। ਗੱਲ ਇਹ ਹੈ ਸ਼ਰਮਾ ਜੀ, ਖੰਨਾ ਜੀ ਨੇ ਇੱਕ ਮੋੜ ਕੋਲ ਰੁਕ ਕੇ ਕਿਹਾ, ਮੈਨੂੰ ਪਤਾ ਲੱਗਿਆ ਸੀ ਤੁਸੀਂ ਅੱਜ ਕੱਲ੍ਹ ਪੈਸੇ ਟਕੇ ਵੱਲੋਂ ਕਾਫੀ ਔਖੇ ਰਹਿੰਦੇ ਹੋ, ਇਸੇ ਕਰਕੇ ਮੈਂ ਤੁਹਾਨੂੰ ਸੱਦ ਘੱਲਿਆ ਸੀ। ਕੀਤਾ ਕੀ ਜਾਵੇ, ਸਮਾਂ ਹੀ ਬੜਾ ਨਾਜ਼ੁਕ ਆ ਗਿਆ। ਰੋਟੀ ਦਾ ਸਵਾਲ ਅੱਜ ਕੱਲ੍ਹ ਹਰ ਕਿਸੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ। ਸ਼ਰਮਾ ਜੀ ਦੀਆਂ ਨਿਰਾਸ਼ ਅੱਖਾਂ ਵਿੱਚ ਆਸ਼ਾ ਦੀ ਹੀ ਨਹੀਂ, ਜ਼ਿੰਦਗੀ ਦੀ ਚਮਕ ਆ ਗਈ। ਪਰ ਗੱਲ ਦਾ ਪੂਰੀ ਤਰ੍ਹਾਂ ਮਤਲਬ ਨਾ ਸਮਝ ਕੇ ਉਸਨੇ ਖੰਨਾ ਜੀ ਦੇ ਚਿਹਰੇ ਵੱਲ ਤੱਕਦਿਆਂ ਕਿਹਾ, ਕੀ ਪੁੱਛਦੇ ਹੋ ਖੰਨਾ ਜੀ, ਬਸ ਢੱਕੀ ਰਿੱਝੇ ਤੇ ਕੋਈ ਨਾ ਬੁੱਝੇ। ਸੱਚੀ ਗੱਲ ਤੁਹਾਨੂੰ ਦੱਸਾਂ, ਲੋਕੀ ਜਿਸ ਚੀਜ਼ ਨੂੰ ਹੁਨਰ ਤੇ ਕਲਾ ਕਹਿ ਕੇ ਕੂਕਦੇ ਰਹਿੰਦੇ ਨੇ, ਦਿਲ ਕਰਦਾ ਇਸ ਹੁਨਰ ਦੀ ਰੋਜ਼ ਸਵੇਰੇ ਉੱਠ ਕੇ ਛਿੱਤਰ ਨਾਲ ਪੂਜਾ ਕਰਿਆ ਕਰੋ। ਤੁਸੀਂ ਸੋਚੋ ਜਰਾ, ਦਿਹਾੜੀਦਾਰ ਮਜ਼ਦੂਰ ਵੀ 2 ਵੇਲੇ ਬੇਹੀ ਸੱਜਰੀ ਖਾ ਲੈਂਦੇ ਨੇ, ਪਰ ਇੱਕ ਸਾਡੇ ਵਰਗੇ ਬਦਨਸੀਬ ਨੇ ਕਿ ਇੰਨੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਹੱਥ ਅੱਗੇ ਤੇ ਹੱਥ ਪਿੱਛੇ। ਘਰ ਦੀ ਤੁਹਾਨੂੰ ਕੀ ਹਾਲਤ ਦੱਸਾਂ, ਸੁਣੋ ਤੇ ਤੁਹਾਡੇ ਪੈਰਾਂ ਹੇਠੋਂ ਧਰਤੀ ਖਿਸਕ ਜਾਵੇ। ਤੇ ਬੋਲਦਿਆਂ ਉਸ ਦੀਆਂ ਅੱਖਾਂ ਵਿੱਚੋਂ ਜਿਹੜੇ ਪਾਣੀ ਦੇ 2 ਕਤਰੇ ਡਿੱਗੇ, ਉਹਨਾਂ ਨੇ ਬਿਨ ਬੋਲਿਆਂ ਹੀ ਘਰ ਦੀ ਹਾਲਤ ਦੱਸ ਦਿੱਤੀ। ਅਫਸੋਸੀ ਹੋਈ ਆਵਾਜ਼ ਵਿੱਚ ਖੰਨਾ ਜੀ ਬੋਲੇ, ਪਰਮਾਤਮਾ ਮਿਹਰ ਕਰੇਗਾ ਮੇਰੇ ਦੋਸਤ, ਤੁਹਾਡੇ ਵਰਗੇ ਨੌਜਵਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਕੱਲ੍ਹ ਕਿਸੇ ਪਾਸੋਂ ਸੁਣੀ ਸੀ ਤੁਹਾਡੀ ਘਰੋਗੀ ਹਾਲਤ, ਸੱਚ ਜਾਣਨਾ ਗੈਰਤ ਵਿੱਚ ਡੁੱਬਿਆ ਹੋਇਆ ਹਾਂ ਉਸੇ ਵੇਲੇ ਦਾ। ਸਾਡੇ ਕਲਾਕਾਰਾਂ ਦੀ ਜੇ ਇਹ ਹਾਲਤ ਹੋਵੇ ਤਾਂ ਲੱਖ ਲਾਹਨਤ ਹੈ ਸਾਡੇ ਨਾਂ ਨੂੰ। ਮੈਨੂੰ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਸ਼ੁਕਰਗੁਜ਼ਾਰੀ ਦੇ ਨਿੱਘੇ ਬੋਝ ਨਾਲ ਸ਼ਰਮਾ ਲੱਦਿਆ ਗਿਆ। ਅੱਖਾਂ ਦੇ ਅੱਥਰੂ ਉਸ ਦੇ ਗਲੇ ਵਿੱਚ ਜਾ ਇਕੱਠੇ ਹੋਏ। ਲਰਜ਼ਦੀ ਆਵਾਜ਼ ਵਿੱਚ ਬੋਲਿਆ, ਤੁਹਾਡੀ ਬੜੀ ਮਿਹਰਬਾਨੀ। ਅਸਲ ਵਿੱਚ ਖੰਨਾ ਜੀ, ਮੈਂ ਹੁਣ ਇਸ ਹੁਨਰ ਜਾਂ ਕਲਾ ਨਾਉਣ ਦੀ ਜ਼ਹਿਮਤ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹਾਂ। ਟ੍ਰਿਬਿਊਨ ਵਿੱਚ ਪੜ੍ਹਿਆ ਸੀ ਕਿ ਦਿੱਲੀ ਵਿੱਚ ਇੱਕ ਫਰਮ ਨੂੰ BA ਪਾਸ ਕਲਰਕ ਦੀ ਲੋੜ ਹੈ। ਮੈਂ ਅਪਲਾਈ ਕਰ ਦਿੱਤਾ, ਇੰਟਰਵਿਊ ਵਾਸਤੇ ਪਰਸੋਂ ਜਾਣਾ ਹੈ। ਤਨਖਾਹ ਭਾਵੇਂ 60 ਰੁਪਏ ਹੈ, ਪਰ ਚਲੋ ਬਾਲ ਬੱਚਾ ਭੁੱਖਾ ਮਰਨ ਤੋਂ ਤਾਂ ਬਚੇਗਾ। ਸੋ ਜੇ ਤੁਸੀਂ ਕਿਰਪਾ ਕਰਕੇ ਕਿਰਾਏ ਭਾੜੇ ਲਈ ਥੋੜ੍ਹੀ ਜਿੰਨੀ ਰਕਮ। ਤੇ ਬੋਲਦਾ ਉਹ ਰੁਕ ਗਿਆ। ਸ਼ਾਇਦ ਅਣਖ ਨੇ ਉਸਦਾ ਗਲਾ ਦਬਾ ਲਿਆ। ਕੋਈ ਗੱਲ ਨਹੀਂ ਖੰਨਾ ਜੀ, ਜੈਕਟ ਦੀ ਜੇਬ ਟਟੋਲਦੇ ਹੋਏ ਬੋਲੇ, ਪਰ ਮੈਂ ਤੇ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਕਿ ਤੁਹਾਡੇ ਵਰਗਾ ਕਲਾਕਾਰ ਇੱਕ ਸਧਾਰਨ ਕਲਰਕ ਬਣ ਕੇ ਰਹਿ ਜਾਵੇ। ਆਪਣੀ ਹਾਲਤ ਤੋਂ ਹੁਸੜ ਕੇ ਉਸਨੇ ਜਵਾਬ ਦਿੱਤਾ, ਸ਼ੁਕਰ ਹੈ ਖੰਨਾ ਜੀ, ਕਲਰਕ ਹੀ ਬਣ ਰਿਹਾ ਹਾਂ ਮੈਂ, ਤੇ ਭਿੱਖਿਆ ਮੰਗਣ ਨੂੰ, ਚੋਰੀ ਕਰਨ ਨੂੰ, ਸਭ ਕਾਸੇ ਨੂੰ ਇਸ ਨਾਮਰਦ ਕਲਾਕਾਰੀ ਉੱਤੇ ਹੀ ਤਰਜੀਹ ਦਿਆਂਗਾ। 100 ਦਾ ਇੱਕ ਹਰਾ ਜਿਹਾ ਨੋਟ ਕੱਢ ਕੇ ਉਸ ਵੱਲ ਵਧਾਉਂਦੇ ਹੋਏ ਖੰਨਾ ਜੀ ਬੋਲੇ, ਨਹੀਂ ਤੁਸੀਂ ਭੁੱਲਦੇ ਹੋ ਸ਼ਰਮਾ ਜੀ, ਮੁਆਫ਼ ਕਰਨਾ, ਤੁਸੀਂ ਆਪਣੀ ਕਲਾ ਦੀ ਕੀਮਤ ਨੂੰ ਪਹਿਚਾਣ ਨਹੀਂ ਸਕੇ। ਇੱਕਦਮ 100 ਰੁਪਏ ਦਾ ਨੋਟ, ਨਾ 10 ਨਾ 20, ਪੂਰੇ 100 ਰੁਪਏ, ਜਿਵੇਂ ਸੁਪਨਾ ਵੇਖ ਰਿਹਾ ਹੋਵੇ। ਉਹ ਇੱਕ ਵਾਰੀ ਉਸ ਦਾਤੇ ਵੱਲ ਤੱਕਿਆ ਜਿਸ ਦੇ ਚਿਹਰੇ ਉੱਤੇ ਉਦਾਰਤਾ ਦੇ ਭਾਵ ਸਾਫ਼ ਝਲਕ ਰਹੇ ਸਨ, ਪਰ ਫਿਰ ਵੀ ਉਹ ਹੱਥ ਵਟਾ ਕੇ ਨੋਟ ਫੜਨ ਦੀ ਜੁਰਤ ਨਾ ਕਰ ਸਕਿਆ। ਉਸ ਦੇ ਭਾਵ ਨੂੰ ਸਮਝ ਕੇ ਖੰਨਾ ਜੀ ਬੋਲੇ, ਫੜੋ ਮੇਰੇ ਦੋਸਤ,
ਤੁਹਾਡੀ ਕਲਾ ਦੇ ਸਾਹਮਣੇ ਇਹ ਤੁੱਛ ਜਿਹਾ ਕਾਗਜ਼ ਦਾ ਫੜਕਾ ਕੀ ਵਕਤ ਰੱਖਦਾ ਹੈ। ਮੈਂ ਖੁਸ਼ ਹੋਵਾਂਗਾ ਜੇ ਤੁਹਾਡੀ ਕੋਈ ਨਿੱਘਰ ਸੇਵਾ ਕਰ ਸਕਿਆ। ਮੈਂ ਜਾਣਦਾ ਹਾਂ ਕਿ ਸ਼ਾਇਰਾਨਾ ਅਣਖ ਇਸੇ ਵੇਲੇ ਤੁਹਾਡੇ ਰਸਤੇ ਵਿੱਚ ਆ ਖੜੀ ਹੋਈ ਹੈ, ਪਰ ਇਹ ਮੈਂ ਦਾਨ ਨਹੀਂ ਦੇ ਰਿਹਾ, ਤੁਸੀਂ ਜਦੋਂ ਤੁਹਾਡੇ ਪਾਸ ਹੋਣਗੇ ਮੋੜ ਦੇਣੇ। ਉੱਚੀ ਸਾਰੀ ਸਾਹ ਖਿੱਚ ਕੇ ਸ਼ਰਮਾ ਬੋਲਿਆ, ਕਾਸ਼ ਮੈਂ ਮੋੜਨ ਜੋਗਾ ਹੁੰਦਾ ਤਾਂ ਕੋਈ ਹਰਜ ਨਹੀਂ, ਇਸ ਨੂੰ ਆਪਣੇ ਭਰਾ ਦੀ ਤੁੱਛ ਜਿਹੀ ਸੇਵਾ ਸਮਝ ਕੇ ਲੈਣਾ। ਨਹੀਂ ਖੰਨਾ ਜੀ, ਖਿਮਾ ਕਰਨਾ, ਇਸ ਨਾਲ ਮੇਰੀ ਆਤਮਾ ਉੱਤੇ ਬਹੁਤ ਭਾਰੀ ਬੋਝ ਲੱਦਿਆ ਜਾਏਗਾ। ਅਲਬੱਤਾ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਉਂ ਕਰੋ, ਮੇਰੀ ਕੋਈ ਇੱਕ ਕਿਤਾਬ ਛਾਪ ਲਓ ਤੇ ਇਹ ਰਕਮ ਰਾਇਲਟੀ ਵਿੱਚੋਂ ਪੇਸ਼ਗੀ ਤੌਰ 'ਤੇ ਮੈਨੂੰ ਦੇ ਦਿਓ। ਚਲੋ ਜੇ ਤੁਸੀਂ ਇੱਦਾਂ ਖੁਸ਼ ਹੋ ਤਾਂ ਐਵੇਂ ਸਹੀ, ਦੱਸੋ ਕਿਹੜੀ ਕਿਤਾਬ ਛਾਪਾਂ। ਕਿਤਾਬਾਂ ਮੇਰੀਆਂ ਛਪੀਆਂ ਹੋਈਆਂ 4-5 ਨੇ, ਉਹਨਾਂ 'ਚੋਂ ਜਿਹੜੀ ਜੀ ਕਰੇ ਛਾਪ ਲਓ, ਤੇ ਜੇ ਕੋਈ ਨਵੀਂ ਛਾਪਣੀ ਚਾਹੋ ਤਾਂ ਕਾਫੀ ਮੈਟਰ ਮੇਰੇ ਕੋਲ ਤਿਆਰ ਹੈ। ਗੱਲ ਟੋਕ ਕੇ ਖੰਨਾ ਜੀ ਬੋਲੇ, ਏਡੀ ਕਿਹੜੀ ਲਾਚਾਰੀ ਹੈ, ਮੈਂ ਤੇ ਸਿਰਫ ਤੁਹਾਡੀ ਆਤਮਾ ਦਾ ਬੋਝ ਹਲਕਾ ਕਰਨ ਲਈ ਕਹਿੰਦਾ ਹਾਂ। ਅੱਛਾ ਤਾਂ ਫਿਰ ਮੈਂ ਕੀ ਨਾਂ ਹੈ ਤੁਹਾਡੀ ਉਸ ਕਿਤਾਬ ਦਾ। ਜਾਗਰਤ। ਚਲੋ ਉਸੇ ਨੂੰ ਛਾਪ ਲਵਾਂਗਾ 500। ਉਹ ਤੇ ਖੰਨਾ ਜੀ ਬੜੀ ਪੁਰਾਣੀ ਕਿਤਾਬ ਹੈ, ਮੈਨੂੰ ਡਰ ਹੈ ਕਿ ਉਹ ਤੁਹਾਤੋਂ ਵਿਕਣੀ ਨਹੀਂ। ਉਸ ਕਮਬਖਤ ਐਡੀਸ਼ਨ ਨੂੰ ਛਪਿਆਂ 8 ਵਰ੍ਹੇ ਹੋ ਗਏ ਨੇ, ਅਜੇ ਵੀ ਸਿਉਂਕ ਦੀਆਂ ਖਾਧੀਆਂ ਹੋਈਆਂ ਕਾਪੀਆਂ ਘਰ ਦੀ ਕਿਸੇ ਨੁੱਕਰੇ ਪਈਆਂ ਰੁਲਦੀਆਂ ਨੇ। ਪਰ ਸ਼ਰਮਾ ਜੀ, ਜੇ ਮੈਂ ਇਹੋ ਜਿਹੀ ਕਿਤਾਬ ਨੂੰ ਮਕਬੂਲ ਨਾ ਬਣਵਾਇਆ ਤਾਂ ਮੈਂ ਤੁਹਾਡਾ ਸਵਾਰਿਆ ਕੀ, ਮੈਨੂੰ ਤੁਸੀਂ ਉਹੀ ਛਾਪਣ ਦਿਓ। ਤਾਂ ਇਸ ਦਾ ਇਹ ਮਤਲਬ ਹੋਇਆ ਕਿ ਤੁਸੀਂ ਮੇਰੇ ਉੱਤੇ ਡਬਲ ਅਹਿਸਾਨ ਕਰ ਰਹੇ ਹੋ। ਪਰਮਾਤਮਾ ਦਾ ਨਾਂ ਲਓ ਜੀ, ਦੀਵੇ ਨਾਲ ਦੀਵਾ ਜਗਦਾ ਹੁੰਦਾ, ਆਪਣੇ ਆਪ ਵਿੱਚ ਕਦੇ ਕੋਈ ਪੂਰਨ ਨਹੀਂ ਹੁੰਦਾ। ਨੋਟ ਉਸਨੇ ਫੜ ਲਿਆ, ਉਸ ਦਾ ਰੋਮ ਆਪਣੇ ਦਾਤਾ ਨੂੰ ਅਸੀਸਾਂ ਦੇ ਰਿਹਾ ਸੀ। ਅੱਛਾ ਮੈਨੂੰ ਆਗਿਆ ਹੈ, ਕਹਿ ਕੇ ਖੰਨਾ ਜੀ ਬੜੇ ਪਿਆਰ ਨਾਲ ਹੱਥ ਮਿਲਾਇਆ। ਸ਼ਰਮਾ ਅਜੇ 10 ਕੁ ਕਦਮਾਂ 'ਤੇ ਪਹੁੰਚਾ ਸੀ ਕਿ ਪਿੱਛੋਂ ਆਵਾਜ਼ ਆਈ, 1 ਮਿੰਟ ਸ਼ਰਮਾ ਜੀ, ਤੇ ਉਹ ਮੁੜ ਆਇਆ। ਖੰਨਾ ਜੀ ਬੋਲੇ, ਜੇ ਵੇਲ ਹੋਵੇ ਤਾਂ ਜਰਾ ਐਗਰੀਮੈਂਟ ਫਾਰਮ ਉੱਤੇ ਦਸਤਖਤ ਕਰ ਜਾਣਾ। ਭਾਵੇਂ ਮੈਨੂੰ ਇਸ ਚੀਜ਼ ਦੀ ਲੋੜ ਤਾਂ ਕੋਈ ਨਹੀਂ, ਪਰ ਫਿਰ ਵੀ ਬਿਜ਼ਨਸ ਪੁਆਇੰਟ ਆਫ ਵਿਊ ਨਾਲ। ਬੇਸ਼ੱਕ, ਸ਼ਰਮਾ ਵਿੱਚੋਂ ਹੀ ਬੋਲ ਪਿਆ, ਮੈਂ ਖੁਦ ਇਸ ਗੱਲ ਦਾ ਹਾਮੀ ਹਾਂ। ਚਲੋ ਫਿਰ ਹੁਣੇ ਇਸ ਕੰਮ ਨੂੰ ਮੁਕਾਉਂਦੇ ਚੱਲੀਏ। ਸ਼ਾਮ ਦੀ ਗੱਡੀ, ਸ਼ਾਇਦ ਮੈਂ ਦਿੱਲੀ ਚਲਾ ਜਾਵਾਂ। ਤੇ ਉਸਨੇ ਦੁਕਾਨ 'ਤੇ ਜਾ ਕੇ ਐਗਰੀਮੈਂਟ ਫਾਰਮ ਉੱਤੇ ਦਸਤਖਤ ਕਰ ਦਿੱਤਾ, ਬਿਨਾਂ ਜਾਣਨ ਦੀ ਕੋਸ਼ਿਸ਼ ਕੀਤਿਆਂ ਕਿ ਇਸ ਦੀਆਂ ਸ਼ਰਤਾਂ ਕੀ ਸਨ। ਸ਼ਰਮਾ ਜੀ ਦੇ ਚਲੇ ਜਾਣ ਪਿੱਛੋਂ ਖੰਨਾ ਦੀਆਂ ਮੁੱਛਾਂ 'ਚੋਂ ਇੱਕ ਭੇਤ ਭਰੀ ਮੁਸਕਰਾਹਟ ਉੱਠੀ, ਜਿਸ ਨੂੰ ਮੁਨੀਮ ਨੇ ਅੱਖਾਂ ਹੀ ਅੱਖਾਂ ਵਿੱਚ ਭਾਂਪ ਲਿਆ ਤੇ ਪੁੱਛਣ ਲੱਗਾ, ਸੁਣਾਓ, ਆ ਗਿਆ ਕਾਬੂ। ਖੰਨਾ ਜੀ ਆਪਣੀ ਖੁਸ਼ੀ ਨੂੰ ਲੁਕਾਉਂਦੇ ਹੋਏ ਬੋਲੇ, ਕਾਬੂ ਛੱਡ ਕੇ ਐਸਾ ਫਾਇਆ ਏ ਕਿ ਬਸ ਹਿੱਲਣ ਜੋਗਾ ਨਹੀਂ ਛੱਡਿਆ। ਕਿੰਨੇ ਉੱਤੇ ਫੈਸਲਾ ਹੋਇਆ। ਫੈਸਲਾ ਬੜਾ ਸਸਤਾ, ਕੁੱਲ 100 'ਤੇ। 100 ਤੋਂ ਹਮੇਸ਼ਾ ਵਾਸਤੇ ਇੱਕੋ ਐਡੀਸ਼ਨ ਲਈ। ਉੱਲੂ ਨਾ ਹੋਵੇ ਤੇ ਏਡੀਆਂ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਮੈਂ ਕਿ ਇੱਕ ਐਡੀਸ਼ਨ ਲਈ 100 ਰੁਪਏ ਦੇ ਦਿੰਦਾ। ਤਾਂ ਤੇ ਭਾਈਆ ਜੀ ਮਾਰ ਲਿਆ ਮੂਜੀ, ਕੋਰਸ ਲੱਗੀ ਹੋਈ ਕਿਤਾਬ ਤਾਂ 2000 ਲੈ ਕੇ ਵੀ ਕੋਈ ਨਹੀਂ ਦਿੰਦਾ। ਰੱਬ ਦਾਤਾ ਏ ਬਈ ਸਭ ਦਾ, ਸਾਨੂੰ ਵੀ ਤਾਂ ਇਸ ਮੰਦਵਾੜੇ ਵਿੱਚ ਬੋੜਨਾ ਹੀ ਸੀ ਕਦੀ ਨਾ ਕਦੀ। ਅੱਛਾ ਭਾਈਆ ਜੀ, ਕਿੰਨੇ ਸਾਲਾਂ ਲਈ ਕੋਰਸ 'ਚ ਲੱਗੀ ਏ। ਘੱਟੋ ਘੱਟ 3 ਸਾਲ ਤਾਂ ਰਹੇਗੀ। ਤਾਂ ਤੇ ਭਾਈਆ ਜੀ ਦੇ ਜਾਏਗੀ ਸਾਨੂੰ 10,000। ਚੁੱਪ ਕਰ, ਬਕੀ ਤਾਂ ਨਹੀਂ ਐਵੇਂ ਦਿਲ ਵਿੱਚ ਰੱਖੀ ਦੀਆਂ ਨੇ ਇਹੋ ਜਿਹੀਆਂ ਗੱਲਾਂ। ਅੱਛਾ ਮੈਂ ਕਿਹਾ, ਜਾਗਰਤ ਦੀ ਕੋਈ ਕਾਪੀ ਹੈ ਕਿ ਨਹੀਂ ਆਪਣੇ ਕੋਲ। ਸਾਡੇ ਕੋਲ ਤੇ ਕੋਈ ਨਹੀਂ। ਤਾਂ ਬਾਜ਼ਾਰੋਂ ਜਾ ਕੇ ਫੜ ਲਿਆ ਕਿਤੋਂ ਇੱਕ ਕਾਪੀ, ਤਾਂ ਜੋ ਭਲਕੇ ਸ਼ੁਰੂ ਕਰਵਾ ਦਈਏ 5,000। ਬਾਜ਼ਾਰੋਂ ਵੀ ਕਿਤੋਂ ਨਹੀਂ ਮਿਲਣੀ ਭਈਆ ਜੀ, ਇਹੋ ਜਿਹਾ ਠੋਸ ਮਾਲ ਦੁਕਾਨਦਾਰ ਥੋੜ੍ਹੇ ਰੱਖਦੇ ਨੇ। ਸੱਚ ਆ ਗਿਆ ਚਿੱਤਾ, ਮੇਰੇ ਗੁਆਂਢ ਇੱਕ ਮੁੰਡੇ ਕੋਲ ਹੈ। ਚੰਗਾ ਮੈਂ ਹੁਣੇ ਲੈ ਕੇ ਆਇਆ, ਕਹਿ ਕੇ ਮੁਨੀਮ ਨੇ ਜੁੱਤੀ ਪਾਈ ਤੇ ਰਵਾਂ ਰਵੀ ਦੁਕਾਨ ਤੋਂ ਹੇਠਾਂ ਉਤਰ ਗਿਆ। ਖੰਨਾ ਜੀ ਦੀ ਖੁਸ਼ੀ ਦਾ ਅੱਜ ਕੋਈ ਪਾਰਾਵਾਰ ਨਹੀਂ ਸੀ। ਉਹਨਾਂ ਨੇ ਹਰੇ ਨੋਟ ਦੀ ਇੱਕ ਗੋਲੀ ਨਾਲ 10,000 ਹੀ ਸ਼ਿਕਾਰ ਮਾਰ ਲਿਆ ਸੀ। ਇਸ ਵੇਲੇ ਉਹ ਦਿਲ ਹੀ ਦਿਲ ਵਿੱਚ ਹਿਸਾਬ ਲਾ ਰਹੇ ਸਨ ਕਿ ਕਿਤਾਬ ਉੱਤੇ ਕਿੰਨਾ ਖਰਚਾ ਆਵੇਗਾ ਤੇ ਕੁੱਲ ਕਿੰਨੀ ਰਕਮ ਵਿੱਚੋਂ ਉਹਨਾਂ ਨੂੰ ਬਚੇਗੀ। ਫਿਰ ਕਾਗਜ਼ ਦੀ ਇੱਕ ਸਲਿੱਪ ਉੱਤੇ ਪੈਨਸਲ ਨਾਲ ਹਿੰਸੇ ਲਿਖਣੇ ਸ਼ੁਰੂ ਕਰ ਦਿੱਤੇ।
ਖਰਚ ਦਾ ਟੋਟਲ ਕਰਕੇ ਤੇ ਉਸ ਨਾਲ ਆਮਦਨ ਜੋੜ ਕੇ ਜਦ ਬਾਕੀ ਰਕਮ ਕੱਢੀ ਤਾਂ ਖੁਸ਼ੀ ਨਾਲ ਖੰਨਾ ਜੀ ਦੀ ਛਾਤੀ ਵਿੱਚ ਉਭਾਰ ਆ ਗਿਆ। ਉਹ ਆਪਣੇ ਭਾਗਾਂ ਨੂੰ ਸਲਾਹ ਰਹੇ ਸਨ, ਪਰ ਅਚਾਨਕ ਹੀ ਇੱਕ ਕੁਰੱਖਤ ਆਵਾਜ਼ ਆਇਆ। ਖੰਨਾ ਜੀ ਨੇ ਉਹਨਾਂ ਦੀ ਖੁਸ਼ੀ ਕੁਝ ਕਿਰਕਰੀ ਕਰ ਦਿੱਤੀ। ਸਿਰ ਚੁੱਕ ਕੇ ਵੇਖਿਆ, ਸ਼ਰਮਾ ਜੀ ਖੜ੍ਹੇ ਸਨ, ਜਿਨ੍ਹਾਂ ਦੀਆਂ ਅੱਖਾਂ ਵਿੱਚ ਖੂਨ ਉਤਰ ਰਿਹਾ ਸੀ। ਕੀ ਗੱਲ ਏ ਸ਼ਰਮਾ ਜੀ? ਖਿਮਾ ਕਰਨਾ ਖੰਨਾ ਜੀ, ਮੈਨੂੰ ਇਹ ਸੌਦਾ ਨਹੀਂ ਮਨਜ਼ੂਰ। ਨਹੀਂ ਮਨਜ਼ੂਰ? ਕੀ ਮਤਲਬ? ਮਤਲਬ ਤੁਸੀਂ ਵੀ ਸਮਝਦੇ ਹੋ ਤੇ ਮੈਂ ਵੀ। ਕਿਤਾਬ ਕੋਰਸ 'ਚ ਲੱਗ ਚੁੱਕੀ ਹੈ, ਇਹ ਵੇਖੋ ਯੂਨੀਵਰਸਿਟੀ ਦਾ ਐਲਾਨ। ਤੇ ਉਸਨੇ ਹੱਥ ਵਿੱਚ ਫੜਿਆ ਹੋਇਆ ਅਖਬਾਰ ਖੰਨਾ ਜੀ ਦੇ ਅੱਗੇ ਸੁੱਟ ਦਿੱਤਾ। ਬਿਨਾਂ ਅਖਬਾਰ ਵੱਲ ਤੱਕਿਆਂ ਉਹ ਬੋਲੇ, ਖੈਰ ਹੋਵੇਗਾ, ਈਸ਼ਵਰ ਹਰ ਕਿਸੇ ਨੂੰ ਨੇਕੀ ਦਾ ਬਦਲਾ ਦਿੰਦਾ ਹੈ। ਮੈਂ ਤੁਹਾਡੇ ਨਾਲ ਨੇਕੀ ਕੀਤੀ, ਔਖੇ ਵੇਲੇ ਤੁਹਾਡੀ ਬਾਂਹ ਫੜੀ, ਇਸ ਦਾ ਬਦਲਾ ਜੇ ਉਸਨੇ ਮੈਨੂੰ ਦਿੱਤਾ ਹੈ ਤਾਂ ਤੁਹਾਨੂੰ ਰੰਜ ਨਹੀਂ ਹੋਣਾ ਚਾਹੀਦਾ ਸ਼ਰਮਾ ਜੀ। ਬਿਲਕੁਲ ਗਲਤ ਖੰਨਾ ਜੀ, ਤੁਸੀਂ ਨੇਕੀ ਨਹੀਂ ਧੋਖਾ ਕੀਤਾ ਹੈ ਮੇਰੇ ਨਾਲ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਲਓ ਫੜੋ ਆਪਣਾ ਨੋਟ, ਐਗਰੀਮੈਂਟ ਮੇਰੇ ਹਵਾਲੇ ਕਰੋ। ਕੀ ਭੋਲੀਆਂ ਗੱਲਾਂ ਕਰਦੇ ਹੋ ਸ਼ਰਮਾ ਜੀ? ਤੁਸੀਂ ਸਿਆਣੇ ਬਿਆਣੇ ਹੋ ਕੇ ਆਦਮੀ ਦੀ ਜ਼ਬਾਨ ਇੱਕ ਹੁੰਦੀ ਹੈ ਕਿ ਦੋ? ਇੱਥੇ ਜ਼ਬਾਨ ਨਾਲ ਲੋਕੀ ਧੀਆਂ ਦੇ ਦਿੰਦੇ ਨੇ। ਮੈਂ ਨਹੀਂ ਜਾਣਦਾ ਖੰਨਾ ਜੀ, ਬਸ ਮੈਂ ਹੁਣੇ ਜਾ ਕੇ ਪੁਲਿਸ ਵਿੱਚ ਰਿਪੋਰਟ ਕਰ ਦਿਆਂਗਾ। ਤੁਸੀਂ ਇੱਕ ਸ਼ਰੀਫ ਆਦਮੀ ਨਾਲ ਧੋਖਾ ਨਹੀਂ ਕਰ ਸਕਦੇ। ਐਤਕੀ ਖੰਨਾ ਜੀ ਵੀ ਤਲਖ ਹੋ ਪਏ। ਕਿਸ ਗੱਲ ਦਾ ਧੋਖਾ ਸ਼ਰਮਾ ਜੀ? ਮੈਂ ਤੁਹਾਨੂੰ ਭੰਗ ਪਿਆਈ ਸੀ ਕਿ ਧਤੂਰਾ? ਅਸਾਂ ਇੱਕ ਸੌਦਾ ਕੀਤਾ, ਤੁਸੀਂ ਆਪਣੀ ਕਿਤਾਬ ਦਾ ਇਵਜ਼ਾਨਾ ਲਿਆ ਤੇ ਐਗਰੀਮੈਂਟ ਲਿਖ ਦਿੱਤਾ। ਇਸ ਵਿੱਚ ਧੋਖੇ ਵਾਲੀ ਗੱਲ ਹੀ ਕਿਹੜੀ ਹੋਈ? ਰੌਲਾ ਸੁਣ ਕੇ ਬਾਜ਼ਾਰ ਦੇ ਲੋਕ ਇਕੱਠੇ ਹੋ ਗਏ ਤੇ ਲਗਭਗ ਸਾਰੇ ਹੀ ਤਰ੍ਹਾਂ ਦੀਆਂ ਦਲੀਲਾਂ ਨਾਲ ਸ਼ਰਮਾ ਜੀ ਨੂੰ ਝੂਠਾ ਤੇ ਖੰਨਾ ਜੀ ਨੂੰ ਸੱਚਾ ਸਾਬਿਤ ਕਰਨ ਲੱਗੇ। ਸ਼ਰਮਾ ਜੀ ਨੇ ਚਫੇਰੇ ਇੱਕ ਨਿਰਾਸ਼ ਨਜ਼ਰ ਨਾਲ ਤੱਕਿਆ। ਸਾਰਾ ਵਾਯੂਮੰਡਲ ਜਿਵੇਂ ਉਸ ਨੂੰ ਸਮੂਲਚਾ ਨਿਗਲ ਜਾਣ ਲਈ ਮੰਡਲਾ ਰਿਹਾ ਸੀ। ਸਾਰੇ ਮਨੁੱਖੀ ਆਕਾਰ ਉਸ ਨੂੰ ਮੌਤ ਦੇ ਪਰਛਾਵੇਂ ਦਿਖਾਈ ਦੇ ਰਹੇ ਸਨ। ਉਸ ਦੀਆਂ ਅੱਖਾਂ ਵਿੱਚ ਅੱਥਰੂ ਜੰਮ ਗਏ ਤੇ ਗਲੇ ਵਿੱਚ ਆਵਾਜ਼ ਅਟਕ ਗਈ। ਝੱਟ ਕੁ ਉਹ ਬੰਦਲਾ ਜਿਹਾ ਖੜੋਤਾ ਰਿਹਾ ਤੇ ਫਿਰ ਬੋਲਿਆ, ਖੰਨਾ ਜੀ, ਇਹ ਮੇਰੀ ਸਾਰੀ ਉਮਰ ਦੀ ਕਮਾਈ ਸੀ। ਰੱਬ ਦੇ ਵਾਸਤੇ ਮੇਰੇ ਉੱਤੇ ਤਰਸ ਖਾਓ। ਮੇਰੇ ਬਾਲ ਬੱਚੇ ਦੇ ਮੂੰਹੋਂ ਗਰਾਹੀ ਨਾ ਖੋਵੋ। ਤੁਹਾਡੇ ਉੱਤੇ ਈਸ਼ਵਰ ਦੀ ਕਿਰਪਾ ਹੈ, ਪਰ ਮੇਰੇ ਲਈ ਤਾਂ ਜ਼ਿੰਦਗੀ ਵਿੱਚ ਇਹੋ ਇੱਕ ਮੌਕਾ ਭੁੱਲ ਚੁੱਕ ਕੇ ਆਇਆ ਹੈ, ਮੇਰੇ ਗਰੀਬ ਦੇ। ਬੋਲਦਾ ਬੋਲਦਾ ਉਹ ਰੁਕ ਗਿਆ। ਖੰਨਾ ਜੀ ਨੇ ਸਖਤੀ ਨਾਲ ਜਵਾਬ ਦਿੱਤਾ, ਸ਼ਰਮਾ ਜੀ, ਤੁਹਾਡੇ ਵਰਗੇ ਸ਼ਰੀਫ ਆਦਮੀ ਨੂੰ ਆਪਣੀ ਜ਼ਬਾਨ ਦਾ ਪਾਸ ਕਰਨਾ ਚਾਹੀਦਾ ਹੈ। ਪੈਸਾ ਸਹੁਰਾ ਵੀ ਕਿਸੇ ਦੀ ਵਿਰਾਸਤ ਹੈ। ਜੇ ਚਾਰੇ ਬੰਨੇ ਤੁਹਾਡਾ ਦਿਲ ਨਹੀਂ ਟਿਕਾਣੇ ਤਾਂ ਇਹ ਲਓ। ਤੇ ਖੰਨਾ ਜੀ ਨੇ ਉਹੋ ਜਿਹਾ ਇੱਕ ਹੋਰ ਨੋਟ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤਾ, ਪਰ ਸ਼ਰਮਾ ਜੀ ਨੇ ਉਸ ਨੂੰ ਨਹੀਂ ਚੁੱਕਿਆ। ਸਗੋਂ ਪਹਿਲਾ ਨੋਟ ਜਿਹੜਾ ਉਸਨੇ ਹੱਥ ਵਿੱਚ ਫੜਿਆ ਹੋਇਆ ਸੀ, ਪੀੜੀਆਂ ਮੁੱਠਾਂ ਨਾਲ ਮਰੂੰਡਾ ਕਰਕੇ ਉਸਨੇ ਖੰਨਾ ਜੀ ਦੇ ਮੂੰਹ 'ਤੇ ਵਗਾ ਮਾਰਿਆ ਤੇ ਗੋਲੀ ਵਾਂਗ ਉੱਥੋਂ ਛੂਟ ਵੱਟ ਕੇ ਚਲਾ ਗਿਆ। ਵੇਖਣ ਵਾਲਾ ਸਾਰਾ ਹੀ ਮਜਮਾ ਉਸ ਦੀ ਮੂਰਖਤਾ ਉੱਤੇ ਹੱਸ ਰਿਹਾ ਸੀ।